नमस्कार दर्शकों, आप सभी देख रहे हैं के चैनल। मैं हूं आपके साथ विनीता ठाकुर। आज सिखों के 5वें गुरु श्री अर्जन देव जी का शहीदी दिवस है। इसीलिए आज मैं आप सभी को लेकर आई हूं ऐतिहासिक गुरुद्वारा गुरु गोविंद सिंह सुकेत मंडी पड्डल में। तो चलिए जानते हैं गुरु अर्जन देव जी के जीवन के बारे में कुछ रोचक और खास तथ्य। अर्जन देव जी गुरु रामदास जी के पुत्र थे। उनकी माता का नाम बीबी भानी जी था। गोइंदवाल साहिब में उनका जन्म 15 अप्रैल 1563 को सोडी खत्री परिवार में हुआ और विवाह 1589 ईस्वी में। सिख संस्कृति को गुरु जी ने घर घर तक पहुंचाने के लिए अथाह प्रयत्न किए। गुरु दरबार की सही निर्माण व्यवस्था में उनका महत्वपूर्ण योगदान रहा है। 1590 ईस्वी में तरन तारण के सरोवर की पक्की व्यवस्था भी उनके प्रयासों से हुई। गुरु अर्जन देव जी सिखों के 5वें गुरु थे। गुरु अर्जन देव जी शहीदों के सरताज एवं शांति पुंज है। आध्यात्मिक जगत में गुरु जी को सर्वोच्च स्थान प्राप्त है। उन्हें ब्रह्मज्ञानी भी कहा जाता है। गुरु ग्रंथ साहिब में 30 रागों में गुरु जी की वाणी संकलित है। श्री गुरु ग्रंथ साहिब में सर्वाधिक वाणी पंचम गुरु अर्जन देव जी की ही है। 5वें गुरु श्री गुरु अर्जन देव जी, जिन्हें शहीदों का सरताज भी कहा जाता है, आज उनका शहीदी दिवस है। तो हम चाहते हैं कि आप हमारे दर्शकों को बताएं कि उनका जीवन कैसा रहा है, जीवन का परिचय दें उनका। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਦੇ ਪੰਜਵੇਂ ਗੁਰੂ ਨਾਨਕ ਉਹਨਾਂ ਦਾ ਸਰੂਪ ਸਨ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜਨਮ ਗੁਰੂ ਰਾਮਦਾਸ ਪਾਤਸ਼ਾਹ ਜੀ ਚੌਥੇ ਗੁਰੂ ਨਾਨਕ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਭਾਵ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੀ ਸੁਪਤਨੀ ਬੀਬੀ ਭਾਨੀ ਜੀ ਦੀ ਕੁੱਖੋਂ 1563 ਈਸਵੀ ਦੇ ਵਿੱਚ ਹੋਇਆ। ਇਹਨਾਂ ਦਾ ਜਨਮ ਗੋਇੰਦਵਾਲ ਦੀ ਧਰਤੀ ਉੱਤੇ ਹੋਇਆ। ਇਹਨਾਂ ਤੋਂ ਪਹਿਲਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ 2 ਵੱਡੇ ਪੁੱਤਰ ਨੇ। ਪਹਿਲੇ ਵੱਡੇ ਪੁੱਤਰ ਦਾ ਨਾਮ ਬਾਬਾ ਪ੍ਰਿਥੀ ਚੰਦ ਜੀ ਹੈ, ਦੂਜੇ ਪੁੱਤਰ ਦਾ ਨਾਮ ਬਾਬਾ ਮਹਾਦੇਵ ਜੀ ਔਰ ਤੀਜੇ ਪੁੱਤਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹੋਏ ਨੇ, ਜੋ ਉਹਨਾਂ ਦਾ ਨਾਮ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਤਿਆਗ, ਵੈਰਾਗ, ਦਇਆਲਤਾ ਅਤੇ ਨਿਮਰਤਾ ਦੀ ਮੂਰਤ ਸਨ। ਉਹਨਾਂ ਦਾ ਜੋ ਜੀਵਨ ਹੈ, ਉਹਨਾਂ ਆਪਣੀ ਜੀਵਨ ਦੇ ਵਿੱਚ ਉਹਨਾਂ ਦੇ ਜੋ ਨਾਨਾ ਗੁਰੂ ਅਮਰਦਾਸ ਪਾਤਸ਼ਾਹ ਜੀ ਸਨ, ਉਹਨਾਂ ਨੇ ਇੱਕ ਵਾਰ ਦਿੱਤਾ ਸੀ ਦੋਤਾ ਬਾਣੀ ਕਾ ਬੋਹਿਤਾ। ਇਸ ਤੋਂ ਭਾਵ ਕਿ ਜੋ ਦੋਤਾ ਹੈ ਉਹਨਾਂ ਦਾ, ਜਿਸ ਨੂੰ ਨਾਤੀ ਆਪ ਲੋਕ ਕਹਿੰਦੇ ਹੋ, ਕਿ ਉਹ ਜਹਾਜ਼ ਹੈ ਜੋ ਗੁਰਬਾਣੀ ਦਾ ਜਹਾਜ਼ ਹੈ, ਜਿਸ ਦਾ ਨਾਮ ਲੈਣ ਦੇ ਨਾਲ ਦੁਨੀਆ ਦਾ ਪਾਰ ਉਤਾਰਾ ਹੋ ਜਾਵੇਗਾ। ਕਿ ਭਾਵ ਉਹਨਾਂ ਨੇ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ। ਉਹਨਾਂ ਦੇ 1218 ਸ਼ਬਦ ਜੋ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ, ਜਿਨ੍ਹਾਂ ਦੇ ਵਿੱਚ ਸੁਖਮਨੀ ਸਾਹਿਬ, ਰਾਗ ਗੌੜੀ ਅਤੇ ਅਜਿਹੀਆਂ ਬਾਣੀਆਂ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ। तकरीबन उन्हां दी 30 रागां विच बाणी है। गुरु अर्जन देव जी द्वारा रचित वाणी में भी संतप्त मानवता को शांति का संदेश दिया। सुखमनी साहिब उनकी अमर वाणी है। करोड़ों प्राणी दिन चढ़ते ही सुखमनी साहिब का पाठ कर शांति प्राप्त करते हैं। सुखमनी साहिब में 24 अष्टपदियां हैं। सुखमनी साहिब राग गौड़ी में रची गई रचना है। यह रचना सूत्रात्मक शैली की है। इसमें साधना, नाम सिमरन और उसके प्रभावों, सेवा और त्याग, मानसिक दुख सुख एवं मुक्ति की उन अवस्थाओं का उल्लेख किया गया है जिनकी प्राप्ति कर मानव अपार सुखों की उपलब्धि कर सकता है। गुरु जी के द्वारा दुनिया में बहुत सी अनमोल देने जो हैं वो हमें दी गई हैं, तो कुछ एक अनमोल देनों के बारे में हमें बताएं आप। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਦੁਨੀਆ ਨੂੰ ਸਭ ਨਾਲੋਂ ਵੱਡੀ ਜੋ ਦਾਤ ਹੈ ਉਹ ਗੁਰਬਾਣੀ ਦੀ ਦਿੱਤੀ। ਜੋ ਉਹਨਾਂ ਦੇ ਨਾਨਾ ਜੀ ਦਾ ਉਹਨਾਂ ਨੂੰ ਵਾਰ ਦਿੱਤਾ ਸੀ ਦੋਤਾ ਬਾਣੀ ਕਾ ਬੋਹਿਤਾ, ਜਿਸ ਨੂੰ ਆਪ ਨਾਤੀ ਕਹਿੰਦੇ ਹੋ। ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਨਾਨਾ ਜੀ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਨੇ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੋਈ ਹੈ। ਉਸ ਦੇ ਵਿੱਚ ਸੁਖਮਨੀ ਸਾਹਿਬ, ਗੌੜੀ ਰਾਗ, ਮਾਝ ਰਾਗ,
ਤੇ ਇਸ ਤਰ੍ਹਾਂ ਦੇ 30 ਰਾਗਾਂ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਜੋ ਇਹ ਜਾਤੀ ਪ੍ਰਥਾ ਸੀ ਉਸ ਨੂੰ ਪੂਰਨ ਤੌਰ ਤੇ ਖਤਮ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਜੋ ਦਰਬਾਰ ਸਾਹਿਬ ਦੇ ਵਿੱਚ ਹਰਿਮੰਦਰ ਸਾਹਿਬ ਹੈ ਉਹਨਾਂ ਦੀ ਸੇਵਾ ਕਰਾਈ, ਅੰਮ੍ਰਿਤ ਸਰੋਵਰਾਂ ਦੀ ਸੇਵਾ ਕਰਵਾਈ ਆਪ ਉੱਥੇ। ਔਰ ਉਹਨਾਂ ਨੇ ਇਸ ਦੁਨੀਆ ਨੂੰ ਇਹ ਦੱਸ ਦਿੱਤਾ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਪੋਥੀ ਪਰਮੇਸ਼ਰ ਕਾ ਥਾਨ, ਕਿ ਉਹਨਾਂ ਨੇ ਆਪਣੇ ਜੀਵਨ ਉੱਤੇ ਹੰਢਾ ਕੇ ਇਹ ਦੱਸਿਆ ਕਿ ਸਿੱਖ ਨੂੰ ਇਸ ਪੋਥੀ ਗੁਰਬਾਣੀ ਦਾ ਸਤਿਕਾਰ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ। ਤੁਸੀਂ ਅਜੇ ਵੀ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹੋ, ਹੁਣ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅਲੱਗ ਹੈ, ਉਹਦੇ ਸਾਹਮਣੇ ਜੋ ਅਕਾਲ ਤਖਤ ਸਾਹਿਬ ਹੈ ਉਸ ਅਕਾਲ ਤਖਤ ਸਾਹਿਬ ਦੇ ਉੱਤੇ ਤੁਸੀਂ ਦੇਖਿਓ ਕਿ ਉੱਥੇ ਅਜੇ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੁਖਾਸਨ ਜਿਹੜੇ ਪੀੜ੍ਹੇ ਉੱਤੇ ਹੁੰਦਾ ਹੈ ਉਸ ਦੇ ਥੱਲੇ ਉਸ ਦੇ ਨਾਲ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੋ ਹੈ ਵਿਛਾਈ ਜਿਸ ਉੱਤੇ ਉਹ ਆਰਾਮ ਕਰਦੇ ਸਨ ਉਹ ਵਿਛਾਈ ਜਾਂਦੀ ਹੈ, ਕਿਉਂਕਿ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅਜੇ ਗੁਰਤਾ ਗੱਦੀ ਮਿਲੀ ਨਹੀਂ। ਉਸ ਤੋਂ ਇਲਾਵਾ ਉਹਨਾਂ ਨੇ ਅਜੇ ਉਹ ਪੋਥੀ ਹੀ ਹੈ 71 ਬਾਣੀ ਕਰ ਦਿੱਤੀ ਗਈ ਹੈ, ਪਰ ਉਸ ਦੇ ਸਤਿਕਾਰ ਦੇ ਲਈ ਉਹ ਆਪ ਜ਼ਮੀਨ ਉੱਤੇ ਤੇ ਪੋਥੀ ਸਾਹਿਬ ਨੂੰ ਜੋ ਹੈ ਕਿ ਉਹ ਪਲੰਘ ਸਾਹਿਬ ਦੇ ਉੱਤੇ ਉਹਨਾਂ ਦਾ ਜੋ ਆਸਨ ਕੀਤਾ ਜਾਂਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਜੋ ਇਹ ਸਰੀਰ ਦੇ ਠਿਕਰੇ ਦੇ ਉੱਤੇ ਜੋ ਉਹਨਾਂ ਨੇ ਮੁਸ਼ੱਕਤ ਘਾਲੀ ਹੋਈ ਹੈ ਉਸ ਦੇ ਉਹਨਾਂ ਦੇ ਸੀਸ ਦੇ ਉੱਤੇ ਉਹਨਾਂ ਦੀ ਇਸ ਕੁਰਬਾਨੀ ਦੇ ਉੱਤੇ ਇਹ ਸਾਰੀ ਸਿੱਖ ਕੌਮ ਖੜੀ ਹੋਈ ਹੈ। ਦੇਖੋ, ਜਿਸ ਕੌਮ ਦਾ ਰਹਿਬਰ ਜੋ ਹੈ ਉਹ ਕੁਰਬਾਨੀ ਆਪਣਾ ਸਰੀਰ ਦੇ ਕੇ ਚਲਾ ਜਾਵੇ, ਆਪਣਾ ਸਭ ਕੁਝ ਵਾਰ ਕੇ ਚਲਾ ਜਾਵੇ, ਉਹ ਕੌਮ ਕਦੇ ਢਹਿੰਦੀ ਕਲਾ 'ਚ ਨਹੀਂ ਜਾਂਦੀ। गुरु अर्जन देव जी साहिब सिख धर्म के 5वें गुरु हैं। वे शिरोमणि सर्वधर्म समभाव के पैरोकार होने के साथ साथ मानवीय आदर्शों को कायम रखने के लिए आत्म बलिदान करने वाले एक महान आत्मा थे। आइए उनके जीवन से जुड़े कुछ ऐसे रोचक तथ्यों के बारे में जानते हैं। जी के जीवन के बारे में कुछ ऐसे रोचक तथ्यों के बारे में बताएं जिनके बारे में हम नहीं जानते। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੀਵਨ ਵਿੱਚ ਅਨੇਕਾਂ ਘਟਨਾਵਾਂ ਨੇ, ਪਰ ਉਹਨਾਂ ਦੇ ਇੱਕ ਬਚਪਨ ਦੀ ਘਟਨਾ ਮੈਂ ਆਪ ਜੀ ਨਾਲ ਸਾਂਝੀ ਕਰਾਂਗਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਸਾਲ ਕੁ ਦੇ ਨੇ, ਭਾਵ 1 ਵਰਿਆਂ ਦੇ ਨੇ। ਉਸ ਸਮੇਂ ਉਹਨਾਂ ਦੀ ਜੋ ਮਾਤਾ ਬੀਬੀ ਭਾਨੀ ਜੀ ਲੰਗਰ ਦੇ ਵਿੱਚ ਸੇਵਾ ਕਰਦੇ ਨੇ, ਲੰਗਰ ਵਿੱਚ ਸੇਵਾ ਕਰਦੇ ਨੇ, ਨਾਲ ਹੀ ਉਹ ਇਹਨਾਂ ਦਾ ਧਿਆਨ ਰੱਖਦੇ ਨੇ। ਇਹ ਵਾਰ-ਵਾਰ ਕੀ ਕਰਦੇ ਨੇ ਕਿ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਤੀਜੇ ਪਾਤਸ਼ਾਹ ਜੀ ਭਾਵ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਨਾ ਜੀ ਨੇ ਉਹਨਾਂ ਦੇ ਕਮਰੇ ਵੱਲ ਨੂੰ ਵਾਰ-ਵਾਰ ਜਾਂਦੇ ਨੇ, ਇਹ ਫਿਰ ਚੱਕੇ ਲੈ ਆਉਂਦੇ ਨੇ। ਬੀਬੀ ਭਾਨੀ ਜੀ ਸੇਵਾ ਕਰਦਿਆਂ ਸੇਵਾ ਵਿੱਚ ਮਗਨ ਹੋ ਗਏ। ਇਹਨਾਂ ਨੇ ਕੀ ਕੀਤਾ ਕਿ ਉਸ ਕਮਰੇ ਵੱਲ ਨੂੰ ਚਲੇ ਗਏ। ਉਸ ਕਮਰੇ ਦਾ ਜਦੋਂ ਇਹਨਾਂ ਜਾ ਕੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਹੱਥ ਲਾ ਕੇ ਇਹ ਖੜੇ ਹੋ ਗਏ ਨੇ। ਜਦੋਂ ਹੱਥ ਲਾ ਕੇ ਉਸ ਨਾਲ ਖੜੇ ਹੋ ਗਏ, ਉਸ ਨੂੰ ਅੰਦਰ ਵੱਲ ਨੂੰ ਧੱਕਿਆ ਤਾਂ ਬਚਪਨ ਦੀ ਅਵਸਥਾ ਕਰਕੇ ਉਹ ਪੂਰਾ ਜ਼ੋਰ ਲਗਾਇਆ, ਉਹ ਖੁੱਲ੍ਹਿਆ ਨਾ। ਫਿਰ ਇਹਨਾਂ ਦੂਜੀ ਕੋਸ਼ਿਸ਼ ਕੀ, ਫਿਰ ਇਹ ਬੈਠ ਕੇ ਗੋਡਿਆਂ ਦੇ ਭਾਰ। ਦੂਜੀ ਵਾਰ ਇਹਨਾਂ ਨੇ ਫਿਰ ਕੀ ਕੀਤਾ, ਫਿਰ ਉੱਠੇ ਨੇ ਜ਼ੋਰ ਲਗਾ ਕੇ, ਉਸ ਨੂੰ ਧੱਕਾ ਲਗਾਇਆ, ਉਹ ਖੁੱਲ੍ਹਿਆ ਨਾ। ਫਿਰ ਤੀਜੀ ਵਾਰ ਇਹਨਾਂ ਕੀ ਕੀਤਾ ਕਿ ਜਿਸ ਤਰ੍ਹਾਂ ਬੱਚਾ ਜਿਸ ਨੂੰ ਰਿੜਨਾ ਭਾਵ ਜੋ ਅਵਸਥਾ ਹੁੰਦੀ ਕਿ ਦੋਵਾਂ ਹੱਥਾਂ ਦੋਵਾਂ ਪੈਰਾਂ ਗੋਡਿਆਂ ਦੇ ਭਾਰ ਹੋ ਕੇ ਇਹਨਾਂ ਨੇ ਸਿਰ ਲਗਾ ਕੇ ਉਸ ਦਰਵਾਜ਼ੇ ਨਾਲ ਜ਼ੋਰ ਨੂੰ ਜਦੋਂ ਅੰਦਰ ਨਾਲ ਧੱਕਿਆ ਤਾਂ ਪੂਰੇ ਬਲ ਨਾਲ ਧੱਕਣ ਦੇ ਨਾਲ ਕੀ ਹੋਇਆ, ਉਹ ਦਰਵਾਜ਼ਾ ਖੁੱਲ੍ਹ ਗਿਆ। ਗੁਰੂ ਅਮਰਦਾਸ ਪਾਤਸ਼ਾਹ ਜੀ ਉਸ ਕਮਰੇ ਦੇ ਵਿੱਚ ਬੈਠੇ ਹੋਏ, ਇਹ ਰਿੜਦੇ ਉਹਨਾਂ ਦੇ ਕੋਲ ਚਲ ਗਏ। ਪਿੱਛੇ ਭੱਜੇ ਬੀਬੀ ਭਾਨੀ ਜੀ ਆਏ ਨੇ ਜੋ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪੁੱਤਰੀ ਨੇ। ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਆ ਕੇ ਨਾ ਕਿਹਾ ਕਿ ਇਹ ਹੁਣ ਬਹੁਤ ਜ਼ਿਆਦਾ ਸ਼ਰਾਰਤੀ ਹੋ ਗਏ ਨੇ, ਇਹ ਬਹੁਤ ਜ਼ਿਆਦਾ ਸ਼ਰਾਰਤ ਕਰਨ ਲੱਗ ਗਏ ਨੇ, ਤੁਹਾਨੂੰ ਇਹਨਾਂ ਨੇ ਪਰੇਸ਼ਾਨ ਕੀਤਾ। ਗੁਰੂ ਅਮਰਦਾਸ ਪਾਤਸ਼ਾਹ ਜੀ ਮੁਸਕਰਾਏ ਅਤੇ ਆਪਣੀ ਗੋਦੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਲਿਆ ਅਤੇ ਕਹਿਣ ਲੱਗੇ, ਮੈਂ ਦੇਖਦਾ ਸੀ 2 ਵਾਰੀ ਇਸਨੇ ਕੋਸ਼ਿਸ਼ ਕੀਤੀ, ਤੀਜੀ ਵਾਰ ਇਸਨੇ ਸਿਰ ਦੇ ਜ਼ੋਰ ਦੇ ਨਾਲ ਉਸ ਵੱਡੇ ਦਰਵਾਜ਼ੇ ਨੂੰ ਖੋਲ੍ਹ ਦਿੱਤਾ। ਯਾਦ ਰੱਖੀ ਕਿ ਜੋ ਇਸ ਦੇ ਸਿਰ ਦੇ ਨਾਲ ਅੱਜ ਇਸਨੇ ਦਰਵਾਜ਼ਾ ਖੋਲ੍ਹ ਦਿੱਤਾ ਹੈ, ਇਸ ਦਾ ਸਿਰ ਹੈ ਜੋ ਉਹ ਸਿੱਖ ਧਰਮ ਦੇ ਵਿੱਚ ਸ਼ਹੀਦੀਆਂ ਦੇ ਦਰਵਾਜ਼ੇ ਖੋਲ੍ਹ ਦੇਵੇਗਾ। ਇਸੇ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਸੀਸ ਦੇ ਕੇ ਸਿੱਖ ਧਰਮ ਦੀ ਜੋ ਨੀਂਹ ਹੈ ਉਹ ਇਸ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਦੀ ਸ਼ਹੀਦੀ ਦੇ ਉੱਤੇ ਸਿੱਖਾਂ ਦੀ ਜੋ ਨੀਂਹ ਹੈ ਉਹ ਟਿਕਾ ਦਿੱਤੀ।
गुरुजी शांत और गंभीर स्वभाव के स्वामी थे। वे अपने युग के सर्वमान्य लोकनायक थे जो दिन रात संगत सेवा में लगे रहते थे। उनके मन में सभी धर्मों के प्रति अथाह स्नेह था। मानव कल्याण के लिए उन्होंने आजीवन शुभ कार्य किए। अकबर के देहांत के बाद जहांगीर दिल्ली का शासक बना। वह कट्टरपंथी था। अपने धर्म के अलावा उसे कोई और धर्म पसंद नहीं था। गुरुजी के धार्मिक और सामाजिक कार्य भी उसे सुखद नहीं लगते थे। कुछ इतिहासकारों का यह मत है कि शहजादा खुसरो को शरण देने के कारण जहांगीर गुरुजी से नाराज था। 28 अप्रैल 1606 ईस्वी में बादशाह ने गुरुजी को परिवार सहित पकड़ने का हुक्म जारी किया। जहांगीर के अनुसार उनका परिवार मुर्ताज खान के हवाले कर घर बार लूट लिया गया। इसके बाद गुरुजी ने शहीदी प्राप्त की। अनेक कष्ट झेलते हुए गुरुजी शांत रहे। उनका मन एक बार भी कष्टों से घबराया नहीं। तपता तवा उनके शीतल स्वभाव के सामने सुखदाई बन गया। तपती रेत ने भी उनकी निष्ठा भंग नहीं की। गुरुजी ने प्रत्येक कष्ट हंसते हंसते झेल कर यही अरदास की कि तेरा भाना मीठा लागे, हर नाम पदारथ नानक मांगे। गुरुजी के शासन काल में कौन से जो बादशाह थे, मुगल बादशाह थे, वो कौन थे? ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਂ ਇੱਕ ਤਾਂ ਬਾਦਸ਼ਾਹ ਅਕਬਰ ਸੀ। ਹੁਣ ਇਸ ਬਾਦਸ਼ਾਹ ਅਕਬਰ ਦੇ ਦੋ ਪੁੱਤਰ ਨੇ। ਵੱਡੇ ਪੁੱਤਰ ਦਾ ਨਾਮ ਹੈ ਖੁਸਰੋ ਤੇ ਛੋਟਾ ਪੁੱਤਰ ਹੈ ਸਲੀਮ, ਜਿਸ ਨੂੰ ਸ਼ਹਿਜ਼ਾਦਾ ਸਲੀਮ ਕਹਿੰਦੇ ਸਨ। ਇਹ ਜੋ ਹੈ ਤਖਤ ਦਾ ਮਾਲਕ ਅਸਲ ਦੇ ਵਿੱਚ ਉਸ ਗੱਦੀ ਦਾ ਮਾਲਕ ਖੁਸਰੋ ਬਣਦਾ ਸੀ। ਪਰ ਇਹਨਾਂ ਨੇ ਇੱਕ ਮਹਾਮੰਤਰੀ ਨੇ ਇੱਕ ਐਸੀ ਘਾੜਤ ਘੜੀ, ਐਸੀ ਇਸ ਨੇ ਇਹ ਕੰਮ ਕਰ ਦਿੱਤਾ ਕਿ ਇਸ ਨੇ ਜੋ ਉਹ ਸਲੀਮ ਦੇ ਕੰਨ ਭਰ ਦਿੱਤੇ ਕਿ ਤੇਰਾ ਪਿਤਾ ਜੋ ਚਾਹੁੰਦਾ ਹੈ ਕਿ ਤੈਨੂੰ ਗੱਦੀ ਉੱਤੇ ਨਹੀਂ ਬਿਠਾਉਣਾ ਚਾਹੁੰਦਾ। ਹੁਣ ਇਹ ਜਾਣਦਾ ਸੀ ਜੋ ਖੁਸਰੋ ਹੈ ਉਹ ਆਪਣੇ ਪਿਤਾ ਵਾਂਗ ਗੁਰੂ ਘਰ ਦੇ ਉੱਤੇ ਸ਼ਰਧਾ ਰੱਖਦਾ ਹੈ। ਪਰ ਜੇਕਰ ਬਾਦਸ਼ਾਹ ਸਲੀਮ ਜੋ ਤਖਤ ਉੱਤੇ ਬੈਠ ਗਿਆ, 6 ਮਹੀਨੇ ਬਾਅਦ ਇਸਨੇ ਆਪਣਾ ਨਾਮ ਜਹਾਂਗੀਰ ਰੱਖ ਲਿਆ। ਜਹਾਂਗੀਰ ਤੋਂ ਭਾਵ ਉਹ ਹੁੰਦਾ ਹੈ ਜਿਸ ਦੀ ਮੁੱਠੀ ਦੇ ਵਿੱਚ ਸਾਰਾ ਜਹਾਨ ਹੋਵੇ। ਜੋ ਉਸ ਸਮੇਂ ਦੋ ਸ਼ਾਸਨ ਸਨ, ਇੱਕ ਸੀ ਅਕਬਰ ਦਾ। ਅਕਬਰ ਤੋਂ ਬਾਅਦ ਜਦੋਂ ਉਹ ਆਪਣਾ ਸਰੀਰ ਛੱਡ ਜਾਂਦਾ ਹੈ ਫਿਰ ਇਹ ਜਹਾਂਗੀਰ ਤਖਤ ਉੱਤੇ बैठता है जी। गुरु जी का शहीदी दिवस है, तो हम चाहते हैं कि आप हमारे दर्शकों को बताएं कि उनका जो शहादत है वो कब हुई, क्यों हुई और कैसे हुई थी। ਧੰਨ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਹਾਦਤ ਦੇ ਕਾਰਨ ਉਸ ਸਮੇਂ ਜੋ ਬਾਦਸ਼ਾਹ ਅਕਬਰ ਤਖਤ ਦੇ ਉੱਤੇ ਬੈਠਾ ਹੋਇਆ ਸੀ, ਇਹ ਜਦੋਂ ਬਿਮਾਰ ਪੈ ਜਾਂਦਾ ਹੈ ਤੇ ਇਸ ਦਾ ਜੋ ਮਹਾਮੰਤਰੀ ਹੈ, ਇਸ ਦੇ ਮਹਾਮੰਤਰੀ ਦਾ ਨਾਮ ਹੈ ਸ਼ੇਖ ਅਹਿਮਦ ਸ਼ਾਹ। ਸ਼ੇਖ ਅਹਿਮਦ ਸ਼ਾਹ ਸਰਹੱਦੀ ਇਸ ਨੂੰ ਕਿਹਾ ਜਾਂਦਾ ਸੀ। ਇਹ ਜੋ ਸ਼ੇਖ ਅਹਿਮਦ ਸ਼ਾਹ ਸਰਹੱਦੀ ਉਹ ਕੱਟੜਪੰਥੀ ਆ, ਭਾਵ ਕਿ ਇਸ ਦਾ ਮਾਈਂਡ ਇਸ ਤਰ੍ਹਾਂ ਦਾ ਸੀ ਕਿ ਇਹ ਚਾਹੁੰਦਾ ਸੀ ਕਿ ਗੁਰੂ ਘਰ ਦੀ ਜੋ ਵਡਿਆਈ ਹੈ, ਗੁਰੂ ਘਰ ਦਾ ਜੋ ਪ੍ਰਤਿਸ਼ਠਾ ਲੋਕਾਂ ਦੀ ਬਣੀ ਹੋਈ ਹੈ, ਉਹ ਸਾਡੀ ਕਿਉਂ ਨਹੀਂ। ਇਸ ਨੇ ਕੀ ਕੀਤਾ ਕਿ ਇਸ ਨੇ ਬਾਦਸ਼ਾਹ ਅਕਬਰ ਨੂੰ ਇੱਕ ਗੱਲ ਕਹੀ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮੁਸਲਮਾਨਾਂ ਦੇ ਖਿਲਾਫ ਲਿਖਿਆ ਹੈ, ਇਸਲਾਮ ਦੇ ਖਿਲਾਫ ਲਿਖਿਆ ਹੋਇਆ ਹੈ। ਬਾਦਸ਼ਾਹ ਅਕਬਰ ਨੇ ਇਸ ਦੀਆਂ ਗੱਲਾਂ ਦੇ ਵਿੱਚ ਆ ਕੇ ਕੀ ਕੀਤਾ ਕਿ ਮਜਬੂਰ ਹੋ ਕੇ ਉਸ ਨੇ ਸੁਨੇਹਾ ਭੇਜਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ ਉਸ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਲਿਖਿਆ ਗਿਆ ਹੈ। ਤਾਂ ਗੁਰੂ ਸਾਹਿਬ ਜੀ ਨੇ ਉੱਥੋਂ 2 ਸਿੱਖ ਭੇਜੇ। ਉਹਨਾਂ ਸਿੱਖਾਂ ਨੇ ਜਦੋਂ ਇਹ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਸੁਣਾਈ ਤਾਂ ਉਸ ਦੇ ਵਿੱਚ ਪਹਿਲੇ ਪਾਤਸ਼ਾਹ ਦੀ ਬਾਣੀ ਦਾ ਜ਼ਿਕਰ ਆਂਦਾ ਹੈ। ਉਹ ਸ਼ਬਦ ਹੈ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਕਿ ਭਾਵ ਕਿ ਉਸ ਅੱਲਾ ਦੇ ਨੂਰ ਤੋਂ ਹੀ ਇਹ ਸਾਰਾ ਜਹਾਨ ਬਣਿਆ ਹੋਇਆ ਹੈ ਕਿ ਪਰਮਾਤਮਾ, ਚਾਹੇ ਤੁਸੀਂ ਅੱਲਾ ਕਹਿ ਲਓ, ਚਾਹੇ ਵਾਹਿਗੁਰੂ ਕਹਿ ਲਓ, ਚਾਹੇ ਉਸ ਦਾ ਕੋਈ ਵੀ ਨਾਮ ਲੈ ਲਓ, ਪਰਮਾਤਮਾ ਦਾ ਜੋ ਨਾਮ ਹੈ ਅਨੇਕਾਂ ਹੋ ਸਕਦੇ ਨੇ ਪਰ ਉਹ ਪਰਮਾਤਮਾ ਇੱਕ ਹੈ।
इसका जो महामंत्री सी अहमद शाह इसने की कीता, इसने सलीम दे नाल एक गुप्त मीटिंग रखी। इसने कहा कि मैं तेनू तख्त उत्ते बिठा देंगा दिल्ली तख्त दे उत्ते, पर तेनू एक काम करना होएगा कि गुरु घर दे लई जो मैं कहां गुरु घर दे खिलाफ तेनू चलना पवेगा। इसने तख्त दे लालच विच हाँ कर दी। जदों इसने तख्त दे लालच विच हाँ कर दी, ये गद्दी उत्ते बैठिया। जदों ये गद्दी उत्ते बैठा इसनू 6 महीने होए तो इसने अपना नाम बदल दिता। इसने अपना नाम रख दिता जहांगीर। जहांगीर तो भाव वो इंसान की जिसकी मुट्ठी विच सारा जहान होवे। हुण इसने जदों उत्ते बैठा तां इसके महामंत्री ने एक पुलंदा तैयार किया, शिकायतां दा पुलंदे तो भाव एक फाइल तैयार की। हुण जदों ये पुलंदा उहदे कोल गया तां उसने की कीता कि कोई अपील दलील ना सुनी बादशाह ने। उन्हें गुरु अर्जन पातशाह जी नूं जांदियां ही एक गल कही। उसने 3 शर्तां रखियां। वो 3 शर्तां ये सी कि पहला तां तुसीं चंदू दी बेटी दा रिश्ता कबूल कर लवो, और दूजा उन्हें कहा कि गुरु ग्रंथ साहिब दे विच तुसीं ये लिख दिओ कि इस्लाम धर्म सब नालों वड्डा धर्म है, और तीजी गल कि गुरु घर दी जो गोलक है उस विच चौथा हिस्सा तुसीं नज़राने तौर पर सानू पेश करो। हुण 3 गल्लां दा जदों मूँह ते जवाब दे दिता बादशाह नूं तां बादशाह ने कहा हुण तुसीं ते चंदू जाने। हुण जदों चंदू नूं मौका मिल गया तां ये चंदू ने की कीता कि गुरु पातशाह जी नूं अपनी हवेली विच लाहौर लै गया। जदों ये हवेली विच लै गया तां उत्थे इसने पहले दिन की कीता कि हुण जो आ दिन चलदे पए ने इन्हां दिनां दे विच तुसीं देखो कि असीं जेकर पानी ना पीए धुप्प विचों आईए तां सानूं किस तरह महसूस हुंदा है। इसने ये गल कही कि गुरु साहिब जी नूं भुखियां रखो, प्यासियां रखियो। देखो ये किस तरह नहीं गल मानते। जदों उन्हां नूं भुखिया प्यासिया रखा गया तां उन्हां ने इसने चंदू ने जाके गल कही कि तुसीं मेरी ईन मान लो तां मैं तुहानूं इत्थों रिहा करा देना। गुरु पातशाह जी मुस्कराए। जदों मुस्कराए तां उसनूं उसकी गल दा जवाब मिल गया। उसने की कीता कि वो सड़ बल गया। उसने कहा कि पानी का कड़ाया तत्ता करो, देग उबालो। हुण देखो कि हत्थ नूं जरा जिन्नी सेक लग जाए, पानी सड़िया होया दुध जां कोई चीज़ हत्थ उत्ते पै जाए तो छाला हो जाता है। इसने की कीता कि गुरु साहब जी नूं पूरा देग विच बिठा दिता। उसके पानी नूं उबालिया गया। जदों पानी नूं उबालिया गया तां की होया कि गुरु साहब जी का सारा शरीर छालियां दे नाल भर गया। हुण इसने कहा तुसीं इस तरह करो, मेरी गल जो मेरी ईन है उसनूं मान लवो। गुरु साहब जी ने इसनूं फिर मना कर दिता। इसने अगले दिन की कीता कि तत्ती तवी तपाई। तवी तपा के इसने की कीता कि गुरु अर्जन पातशाह जी महाराज नूं कह के तुसीं इस उत्ते बैठ जाओ। जदों गुरु अर्जन पातशाह जी उस उत्ते बैठ गए उन्हां दा सारा शरीर झुलस गया। उस तो अगले दिन 5वें दिन इसने की कीता कि सड़िया बलिया होया। जदों पातशाह जी ने फिर इसनूं मना कर दिता तां इसने की कीता कि तवी नूं सवेर तो अग उस दे विच बालन पाना चालू कर दिता। जदों वो तवी आम तौर पर असीं लोहे नूं जदों तत्ता करते हैं उसका रंग सुरख लाल हो जाता है। जदों उसका रंग सुरख लाल हो गया इसने कहा कि देखो अज तवी का रंग, अज तवी इन्नी गर्म है गुरु अर्जन पातशाह जी, तुसीं उत्ते बैठोगे तादी चमड़ी कागज़ दे वांगू सवाह हो जाएगी। अज मेरी गल मान लो नहीं तो अज तुहाडी जो मौत है वह तय है। गुरु अर्जन पातशाह जी मुस्कराए। तवी उत्ते बैठ के उन्होंने कहा तेरा भाणा मीठा लागे। जदों वो उत्ते बैठ गए तां फिर इसने की कीता कि एक इसने जलाद बुलाया। जलाद बुला के इन्होंने की कीता कि उस दे गुरु अर्जन पातशाह जी के शीश दे विच तत्ती रेता करके तत्ती रेता पवाई। वो जिवें जिवें गर्म रेता जलाद उन्हां दे शीश विच पांदा है उन्हां दे जख्मां नूं गर्म रेता लगदी है। वो देखो हुण जिस दे शरीर उत्ते कोई गर्म पहलां तो ही जख्म होए होण, पहलां तो ही शरीर सड़िया होवे, उस दे उत्ते गर्म रेता पाई जा रही है। ये चीज़ नूं देख के जलाद दियां भुब्बां निकल गईयां। जलाद रोन लग गया तो गुरु अर्जन पातशाह जी ने पूछया कि तेनू की गल है। जदों उसने ये गल पूछी तो जलाद ये गल कहन लगा। जलाद कहंदा कि मैं अपने हत्थी पातशाह जी पता नहीं किन्ने कु कतल कीते ने, पता नहीं किन्ने कु लोगां नूं मौत दे घाट उतारिया, किन्ने कु फतवे मैं अपने हत्थी जेड़े ने बादशाह दे पूरे कीते ने, पर अज जो कुछ मैं अपने अखी हाल देख रहा हाँ पहला मैं कदे किसी इंसान नूं ऐसी सज़ा मिलदे होई नहीं देखिया। धन गुरु अर्जन देव पातशाह जी तुसीं कि इन्ने तसीहे सह के भी उस दे भाणे नूं मिठा दसदे पए हो। तां गुरु अर्जन देव पातशाह जी कहिंदे कि तू हुण रुक ना, तू अपना जाप निरंतर रख, इहो शब्द है जो तेनू मुक्ति दिवाएगा। देखो हुण गुरु घर दी रीत कि जो उन्हां दे शीश दे विच तत्ती रेता पांदा पिया वा गुरु अर्जन पातशाह जी महाराज उस नूं मुक्ति दिंदे पए ने।
बहुत बहुत धन्यवाद आपका के चैनल के साथ जुड़ने के लिए और हमें इतनी रोचक और अहम जानकारियाँ गुरु अर्जन देव जी के बारे में देने के लिए। बहुत बहुत ਧੰਨਵਾਦ ਜੀ ਕੇ ਚੈਨਲ ਵਾਲਿਆਂ ਦਾ, ਜੋ ਹਰ ਵਾਰ ਹਰ ਸਮਾਗਮ ਦੇ ਉੱਤੇ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੰਡੀ ਸੁਕੇਤ ਵਿਖੇ ਆ ਕੇ ਹਰ ਵਾਰ ਜੋ ਵੀ ਸਮਾਗਮ ਹੁੰਦਾ ਹੈ ਉਸ ਦੀ ਜਾਣਕਾਰੀ ਦੀ ਸਾਂਝ ਇਹਨਾਂ ਸੰਗਤਾਂ ਦੇ ਨਾਲ ਪਾਉਂਦੇ ਹਨ। ਮੈਂ ਇਹਨਾਂ ਦਾ ਤਹਿ ਦਿਲੋਂ ਦਾਸਰਿਆਂ ਵੱਲੋਂ, ਸਮੂਹ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ जी की फतेह। तो ये थे हमारे साथ हेड ग्रंथी सुखदेव सिंह जी, जिनसे हमने गुरु श्री अर्जन देव जी के बारे में बहुत सारी अहम जानकारियाँ ली। मैं चाहती हूँ कि आप इस वीडियो को ज़्यादा से ज़्यादा शेयर करें और बने रहिए के चैनल के साथ ऐसी ही ऐतिहासिक और अहम जानकारियों के लिए।